ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਦਾ ਸਵਾਗਤ ਕਰਦੇ ਹਾਂ ਅੱਜ ਖਬਰਾਂ ਦੇ ਇਸ ਬੁਲਟਨ ਦੇ ਵਿੱਚ। ਅੱਜ 1 ਫਰਵਰੀ ਦਿਨ ਬੁੱਧਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦਾ ਬੁਲਟਨ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਖਬਰਾਂ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਸੰਤੋਖ ਸਿੰਘ ਅਤੇ ਪਰਮਜੀਤ ਕੌਰ ਜੀ ਫਰੀਮੰਟ ਤੋਂ, ਮਨਜੀਤ ਸਿੰਘ, ਮਨਜੀਤ ਕੌਰ ਕੁਲਾਰ ਗਲੋਵਿਸ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦਾ ਵਧਾ ਕਰਨਾ ਚਾਹੁੰਦੇ ਹੋ, ਤਾਂ ਕਾਲ ਕਰੋ 408-272-5200 ਦੇ ਉੱਤੇ ਜਾਂ 408-722-7698 ਦੇ ਉੱਤੇ। ਤੇ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੁਆਰਾ ਈਰਾਨ ਨੂੰ ਬੀਤੇ ਐਤਵਾਰ ਨੂੰ ਕੀਤੀ ਮਿਜ਼ਾਈਲ ਟੈਸਟ ਨੂੰ ਲੈ ਕੇ ਅਧਿਕਾਰਤ ਚੇਤਾਵਨੀ ਦਿੱਤੀ ਗਈ। UN ਜਨਰਲ ਸਕੱਤਰ ਐਂਟੋਨੀਓ ਗੁਤੇਰੇਸ ਨੇ ਆਖਿਆ, ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਰੈਵਲ ਬੈਨ ਅੱਤਵਾਦ ਨੂੰ ਰੋਕਣ ਦਾ ਇਲਾਜ ਨਹੀਂ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਬਨਿਟ ਨਾਮਜ਼ਦਗੀਆਂ ਦੇ ਵਿੱਚ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੂੰ ਮਨਜ਼ੂਰੀ। ਸੈਕਟਰੀ ਆਫ ਸਟੇਟ ਦੇ ਲਈ ਸਹੁੰ ਚੁੱਕੀ। ਐਜੂਕੇਸ਼ਨ ਸਕੱਤਰ ਦੇ ਲਈ ਬੈਟਸੀ ਡੇਵਿਸ ਦੇ ਉੱਤੇ ਸੈਨੇਟ ਦੇ ਵਿੱਚ ਜ਼ਿਆਦਾ ਵਿਰੋਧ। ਯਮਨ 'ਚ ਮਾਰੇ ਗਏ ਨੇਵੀ ਸੀਲ ਦੀ ਮ੍ਰਿਤਕ ਦੇ ਲੈਣ ਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਡੋਵਰ ਡੈਲਾਵੇਅਰ 에ਅਰਬੇਸ ਦੇ ਉੱਤੇ ਖੁਦ ਪਹੁੰਚੇ। UK ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਨੇ ਬ੍ਰੈਕਸਿਟ ਦੇ ਲਈ ਗੱਲਬਾਤ ਕਰਨ ਦੇ ਲਈ ਮਨਜ਼ੂਰੀ ਦਿੱਤੀ। ਤੇ ਹੁਣ ਖਬਰਾਂ ਦਾ ਵਿਸਥਾਰ। ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ, ਉਹਨਾਂ ਨੇ ਈਰਾਨ ਨੂੰ ਅੱਜ ਚੇਤਾਵਨੀ ਦਿੰਦੇ ਹੋਏ ਆਖਿਆ ਆ ਵੀ ਅਮਰੀਕਾ ਈਰਾਨ ਨੂੰ ਇਹ ਸੂਚਨਾ ਨੋਟਿਸ ਜਾਰੀ ਕਰਦਾ ਹੈ ਵੀ ਜਿਹੜਾ ਐਤਵਾਰ ਨੂੰ ਉਹਨਾਂ ਨੇ ਮਿਜ਼ਾਈਲ ਟੈਸਟ ਲਾਂਚ ਕੀਤਾ ਆ, ਉਹ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਖਿਲਾਫ ਸੀ। ਪਿਛਲੇ ਸਾਲ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਈਰਾਨ ਦੇ ਨਾਲ ਇਹ ਸਮਝੌਤਾ ਕੀਤਾ ਸੀ ਵੀ ਉਹਨਾਂ ਦੇ ਕਈ ਫਾਈਨੈਂਸ਼ੀਅਲ ਕਾਰੋਬਾਰਾਂ ਦੇ ਉੱਤੋਂ ਫਰੀਜ਼ ਹਟਾ ਦਿੱਤੀ ਜਾਵੇਗੀ ਜੇ ਉਹ ਕਿਸੇ ਵੀ ਤਰੀਕੇ ਦੀ ਹਥਿਆਰਾਂ ਦੇ ਉੱਤੇ ਟੈਸਟਿੰਗ ਜਾਂ ਹਥਿਆਰ ਬਣਾਉਣ ਤੋਂ ਰੁਕ ਜਾਣਗੇ। ਇਸੇ ਚੀਜ਼ ਨੂੰ ਦੇਖਦੇ ਹੋਏ ਅੱਜ ਅਮਰੀਕਾ ਦੀ ਸਰਕਾਰ ਵਾਈਟ ਹਾਊਸ ਦੇ ਦੁਆਰਾ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਆ। ਇੱਥੇ ਗੱਲਬਾਤ ਕਰਦੇ ਹੋਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ ਨੇ ਆਖਿਆ ਵੀ ਓਬਾਮਾ ਦੀ ਸਰਕਾਰ, ਓਬਾਮਾ ਐਡਮਿਨਿਸਟ੍ਰੇਸ਼ਨ, ਉਹ ਈਰਾਨ ਦੇ ਉੱਤੇ ਕਾਫੀ ਨਰਮ ਰੁਖ ਰੱਖਦੇ ਸੀ, ਪਰ ਅਜਿਹਾ ਰਾਸ਼ਟਰਪਤੀ ਟਰੰਪ ਦੇ ਅਧੀਨ ਬਿਲਕੁਲ ਵੀ ਨਹੀਂ ਹੋਵੇਗਾ। ਸੋ ਅੱਜ ਤੋਂ ਅਸੀਂ ਈਰਾਨ ਨੂੰ ਅਧਿਕਾਰਿਤ ਨੋਟਿਸ ਦੇ ਉੱਤੇ ਰੱਖ ਰਹੇ ਹਾਂ। ਜੇ ਕਿਤੇ ਏਦਾਂ ਦਾ ਅੱਗੇ ਤੋਂ ਈਰਾਨ ਨੇ ਕੁਝ ਕੀਤਾ ਤਾਂ ਉਹਨਾਂ ਦੇ ਉੱਤੇ ਮਿਲਟਰੀ ਕਾਰਵਾਈ ਵੀ ਕੀਤੀ ਜਾ ਸਕਦੀ ਆ। ਇੱਥੇ ਮਾਈਕਲ ਫਲਿਨ ਨੇ ਇਹ ਵੀ ਯਾਦ ਦਿਵਾਇਆ ਵੀ ਬੀਤੇ ਸੋਮਵਾਰ ਨੂੰ ਈਰਾਨ ਦੀ ਸ਼ੈ ਪ੍ਰਾਪਤ ਹਾਊਦੀ ਖਾੜਕੂ, ਜਿਨ੍ਹਾਂ ਨੇ ਸਾਊਦੀ ਅਰੇਬੀਆ ਦੇ ਇੱਕ ਸਮੁੰਦਰੀ ਬੇੜੇ ਦੇ ਉੱਤੇ ਹਮਲਾ ਕੀਤਾ ਸੀ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। US ਡਿਫੈਂਸ ਐਨਾਲਿਸਟ, ਉਹਨਾਂ ਦਾ ਇਹ ਦਾਅਵਾ ਆ ਵੀ ਇਹ ਮਿਜ਼ਾਈਲ ਦੀ ਲਾਂਚ ਦੀ ਟੈਸਟਿੰਗ ਜਿਹੜੀ ਕੀਤੀ ਗਈ ਹੈ ਈਰਾਨ ਦੁਆਰਾ, ਇਹ ਅਮਰੀਕਾ ਦੇ ਕਿਸੇ ਲੜਾਕੂ ਬੀੜੇ ਦੇ ਉੱਤੇ ਦਾਗਣ ਦੀ ਤਿਆਰੀ ਹੋ ਸਕਦੀ ਆ। ਈਰਾਨ ਦੇ ਅਧਿਕਾਰੀਆਂ ਨੇ ਉਦਾਂ ਇਸ ਟੈਸਟ ਲਾਂਚ ਦੀ ਪੁਸ਼ਟੀ ਕੀਤੀ ਆ, ਪਰ ਨਾਲ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਵੀ ਉਹਨਾਂ ਨੇ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੀ ਉਲੰਘਣਾ ਨਹੀਂ ਕੀਤੀ। ਇਸ ਮਿਜ਼ਾਈਲ ਟੈਸਟ ਤੋਂ ਬਾਅਦ ਦੇ ਵਿੱਚ ਅਮਰੀਕਾ ਤੇ ਈਰਾਨ ਦੇ ਸੰਬੰਧ ਹੋਰ ਖੱਟੇ ਹੋਣ ਦੀ ਉਮੀਦ ਆ। ਪਿਛਲੀ ਸਰਕਾਰ ਈਰਾਨ ਦੇ ਨਾਲ ਕਿਸੇ ਤਰੀਕੇ ਦੇ ਵਧੀਆ ਸੰਬੰਧ ਬਣਾਉਣ ਦੀ ਕੋਸ਼ਿਸ਼ਾਂ ਕਰਦੀ ਰਹੀ ਆ, ਪਰ ਇਸ ਸਰਕਾਰ ਨੇ ਇਹ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਆ ਵੀ ਈਰਾਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਆਰਥਿਕ ਜਾਂ ਕਿਸੇ ਵੀ ਤਰੀਕੇ ਦੀ ਮਦਦ ਉਹ ਨਹੀਂ ਦੇਣੀ ਚਾਹੀਦੀ। UN ਯੂਨਾਈਟਿਡ ਨੇਸ਼ਨ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰੇਸ, ਉਹਨਾਂ ਨੇ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਰੈਵਲ ਬੈਨ ਦੇ ਉੱਤੇ ਇੱਕ ਵਿਸ਼ੇਸ਼ ਬਿਆਨ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਇਹੋ ਜਿਹੇ ਟਰੈਵਲ ਬੈਨ ਅਮਰੀਕੀ ਨਾਗਰਿਕਾਂ ਨੂੰ ਅੱਤਵਾਦੀ ਅਟੈਕ ਤੋਂ ਬਚਾਉਣ ਦੀ ਬਜਾਏ ਹੋਰ ਹੱਲਾਸ਼ੇਰੀ ਦੇ ਸਕਦੇ ਨੇ। ਉਹਨਾਂ ਨੇ ਆਖਿਆ ਵੀ
ਇਹੋ ਜਿਹੇ ਟਰੈਵਲ ਬੈਨ ਕਿਸੇ ਵੀ ਦੇਸ਼ ਨੂੰ ਜਾਂ ਅਮਰੀਕਾ ਨੂੰ ਅੱਤਵਾਦੀ ਅਟੈਕ ਤੋਂ ਬਚਾ ਨਹੀਂ ਸਕਦੇ। ਤੇ ਨਾਲ ਹੀ ਉਹਨਾਂ ਨੇ ਇਹ ਆਖਿਆ ਵੀ ਇਹੋ ਜਿਹੇ ਬੈਨ ਦੇਰੀ ਦੇ ਨਾਲੋਂ ਜਲਦੀ ਹਟਾ ਦੇਣੇ ਚਾਹੀਦੇ ਨੇ। ਜਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਆਰਾ ਇਸ ਇਮੀਗ੍ਰੇਸ਼ਨ ਆਰਡਰ ਨੂੰ ਜਾਰੀ ਕੀਤਾ ਗਿਆ ਸੀ, ਉਸ ਮੌਕੇ ਦੇ ਉੱਤੇ UN ਦੇ ਜਨਰਲ ਸਕੱਤਰ ਦੇ ਦੁਆਰਾ ਕੋਈ ਖਾਸ ਬਿਆਨ ਨਹੀਂ ਆਇਆ, ਪਰ ਅੱਜ ਉਹਨਾਂ ਦੇ ਉੱਤੇ ਪ੍ਰੈਸ਼ਰ ਪੈਣ ਤੋਂ ਬਾਅਦ ਦੇ ਵਿੱਚ ਖੁਦ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ। ਇਹ ਵੀ ਜ਼ਿਕਰਯੋਗ ਗੱਲ ਹੈ, ਨਿਊਯਾਰਕ ਟਾਈਮਜ਼ ਨੂੰ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਦੇ ਡਰਾਫਟ ਦੀ ਭਣਕ ਪਈ ਸੀ, ਜਿਸ ਦੇ ਵਿੱਚ ਇਹ ਸੀਗਾ ਵੀ UN ਦੀਆਂ ਏਜੰਸੀਜ਼ ਉਹਨਾਂ ਦੀ 40% ਤੱਕ ਬਜਟ ਕੱਟ ਕੀਤੀ ਜਾ ਸਕਦੀ ਆ। ਜਿਹੜਾ ਵੀ ਅਮਰੀਕਾ ਆਪਣੇ ਤੌਰ ਦੇ ਉੱਤੇ UN ਨੂੰ ਰਾਸ਼ੀ ਭੇਜਦਾ ਆ, ਉਸ ਦੇ ਵਿੱਚੋਂ 40% ਦੀ ਕਟੌਤੀ ਕੀਤੀ ਜਾ ਸਕਦੀ ਆ। ਪਰ ਅਜੇ ਤੱਕ ਅਮਰੀਕਾ ਦੁਆਰਾ ਜਾਂ ਰਾਸ਼ਟਰਪਤੀ ਟਰੰਪ ਦੁਆਰਾ ਇਸ ਦੇ ਉੱਤੇ ਕੋਈ ਬਿਆਨ ਜਾਂ ਕਾਰਵਾਈ ਨਹੀਂ ਕੀਤੀ ਗਈ। ਇਸੇ ਬਿਆਨ ਦੇ ਵਿੱਚ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਆਖਿਆ, ਹਰ ਇੱਕ ਸਰਕਾਰ ਹਰ ਇੱਕ ਦੇਸ਼ ਨੂੰ ਆਪਣੇ ਬਾਰਡਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਅਤੇ ਸੰਭਾਵੀ ਅੱਤਵਾਦੀ ਹਮਲਿਆਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ, ਪਰ ਉਸ ਤਰਜ਼ ਦੇ ਉੱਤੇ ਕਿਸੇ ਦੇ ਨਾਲ ਧਰਮ, ਨਸਲ ਜਾਂ ਦੇਸ਼ ਦੇ ਕਰਕੇ ਪੱਖਪਾਤ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਹ ਵੀ ਆਖਿਆ, ਜਿਹੜੀਆਂ ਚੀਜ਼ਾਂ ਅਜੇ ਹੋਈਆਂ ਨਹੀਂ ਹੁੰਦੀਆਂ, ਜਦੋਂ ਉਸ ਦੇ ਬਾਰੇ ਜ਼ਿਆਦਾ ਗੱਲ ਕਰਦੇ ਆ ਤਾਂ ਉਹਨਾਂ ਦੇ ਹੋਣ ਦੇ ਅਸਾਰ ਜ਼ਿਆਦਾ ਵੱਧ ਜਾਂਦੇ ਆ। ਉਹਨਾਂ ਨੇ ਇਹ ਵੀ ਆਖਿਆ, ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਿਫਿਊਜੀਜ਼ ਦੇ ਉੱਤੇ ਬੈਨ ਲਾਇਆ ਆ, ਉਹ UN ਦੀਆਂ ਰਿਫਿਊਜੀ ਪਾਲਿਸੀਜ਼ ਤੋਂ ਬਿਲਕੁਲ ਉਲਟਾ। ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਨਾਮਜ਼ਦ ਸੈਕਟਰੀ ਆਫ ਸਟੇਟ ਦੇ ਲਈ ਰੈਕਸ ਟਿਲਰਸਨ, ਉਹਨਾਂ ਨੂੰ ਅੱਜ ਸੈਨੇਟ ਦੇ ਵਿੱਚੋਂ ਮਨਜ਼ੂਰੀ ਮਿਲੀ। 43 ਦੇ ਮੁਕਾਬਲੇ 56 ਵੋਟਾਂ ਦੇ ਨਾਲ ਸੈਨੇਟ ਨੇ ਉਹਨਾਂ ਨੂੰ 69ਵੇਂ ਸੈਕਟਰੀ ਆਫ ਸਟੇਟ ਦੇ ਵਜੋਂ ਅਪਣਾਇਆ ਅਤੇ ਬਾਅਦ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਹਾਜ਼ਰੀ ਵਿੱਚ ਰੈਕਸ ਟਿਲਰਸਨ ਨੇ ਸੈਕਟਰੀ ਆਫ ਸਟੇਟ ਦੇ ਵਜੋਂ ਹਲਫ ਵੀ ਲਿਆ। ਇਹ ਪਹਿਲੀ ਵਾਰੀ ਦੇਖਿਆ ਗਿਆ ਆ ਸੈਕਟਰੀ ਆਫ ਸਟੇਟ ਦੇ ਲਈ 43 ਸੈਨੇਟਰਸ ਨੇ ਵਿਰੋਧ ਜਤਾਇਆ ਹੋਵੇ। ਇਸ ਤੋਂ ਪਹਿਲਾਂ 2005 ਦੇ ਵਿੱਚ ਕੰਡੋਲੀਜ਼ਾ ਰਾਈਸ ਦੇ ਵਿਰੋਧ ਦੇ ਵਿੱਚ 13 ਸੈਨੇਟਰ ਸੀ ਅਤੇ 1825 ਦੇ ਵਿੱਚ ਹੈਨਰੀ ਕਲੇ ਦੇ ਖਿਲਾਫ 14 ਸੈਨੇਟਰਸ ਆਏ ਸਨ ਅਤੇ ਇਹ 43 ਦਾ ਅੰਕੜਾ ਅਜੇ ਤੱਕ ਦਾ ਰਿਕਾਰਡ ਆ। ਜੇ ਹੋਰ ਨਾਮਜ਼ਦਗੀਆਂ ਦੀ ਗੱਲ ਕਰੀਏ, ਐਜੂਕੇਸ਼ਨ ਡਿਪਾਰਟਮੈਂਟ ਦੀ ਸੈਕਟਰੀ ਦੇ ਵਜੋਂ ਬੈਟਸੀ ਡੇਵਿਸ, ਉਹਨਾਂ ਦਾ ਵਿਰੋਧ ਲਗਾਤਾਰ ਵੱਧ ਰਿਹਾ ਆ। ਪਾਰਟੀ ਦੇ ਵਿੱਚ ਹੀ 2 ਐਸੇ ਸੈਨੇਟਰਸ ਸਾਹਮਣੇ ਆਏ ਆ, ਸੂਜ਼ਨ ਕਾਲਿੰਸ ਅਤੇ ਲੀਜ਼ਾ ਮੁਰਕੋਸਕੀ, ਉਹਨਾਂ ਨੇ ਬੈਟਸੀ ਡੇਵਿਸ ਦਾ ਵਿਰੋਧ ਕੀਤਾ ਆ। ਵੈਸੇ ਤਾਂ ਰਿਪਬਲਿਕਨਸ ਦੀ ਸੈਨੇਟ ਦੇ ਵਿੱਚ 52 ਸੈਨੇਟਰਸ ਦੇ ਨਾਲ ਮੈਜੋਰਟੀ ਆ ਅਤੇ ਇਹ 2 ਜਾਣਿਆਂ ਦੇ ਜੇ ਦੂਜੇ ਪਾਸੇ ਜਾਂਦੇ ਨੇ ਤਾਂ ਆંકੜੇ 50-50 ਦੇ ਉੱਤੇ ਆ ਸਕਦੇ ਨੇ। ਸੋਮਵਾਰ ਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਸਕੱਤਰ ਦੇ ਵਜੋਂ ਬੈਟਸੀ ਡੇਵਿਸ ਦੀ ਸੈਨੇਟ ਦੇ ਵਿੱਚ VOTING ਹੋਣੀ ਆ, ਜਦਕਿ ਰਿਪਬਲਿਕਨ ਲੀਡਰਸ਼ਿਪ ਨੇ ਦਾਅਵਾ ਕੀਤਾ ਆ ਵੀ ਬੈਟਸੀ ਡੇਵਿਸ ਸੈਨੇਟ VOTING ਵਿੱਚ ਜਿੱਤਣਗੇ, ਪਰ ਇਹ 2 ਰਿਪਬਲਿਕਨਸ ਦੇ ਸਾਹਮਣੇ ਵਿਰੋਧ ਦੇ ਵਿੱਚ ਆਉਣ ਕਰਕੇ ਇਸ ਚੀਜ਼ ਦਾ ਖਤਰਾ ਪੈਦਾ ਹੋ ਚੁੱਕਾ ਆ। ਤੇ ਜੇ 50-50 ਵੋਟ ਬੈਟਸੀ ਡੇਵਿਸ ਦੇ ਮਾਮਲੇ ਦੇ ਵਿੱਚ ਹੁੰਦੀ ਆ ਤਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਸਕਦਾ ਹੈ ਵੀ ਇਸ ਟਾਈ ਨੂੰ ਉਪ ਰਾਸ਼ਟਰਪਤੀ ਮਾਈਕ ਪੈਂਸ ਤੋੜਨ, ਤੇ ਇਹ ਉਮੀਦ ਕੀਤੀ ਜਾ ਰਹੀ ਆ ਐਸੇ ਕੇਸ ਦੇ ਵਿੱਚ ਮਾਈਕ ਪੈਂਸ ਪਾਰਟੀ ਲਾਈਨ ਦੇ ਅਨੁਸਾਰ ਬੈਟਸੀ ਡੇਵਿਸ ਦੇ ਹੱਕ ਦੇ ਵਿੱਚ ਹੀ ਵੋਟ ਪਾਉਣਗੇ ਅਤੇ ਉਹਨਾਂ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਦੇ ਵਜੋਂ ਕਨਫਰਮ ਕਰਨਗੇ। ਉਧਰ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਨਾਮਜ਼ਦ ਸੁਪਰੀਮ ਕੋਰਟ ਜਸਟਿਸ, ਉਹਨਾਂ ਨੂੰ ਵੀ ਡੈਮੋਕ੍ਰੇਟ ਸੈਨੇਟਰਸ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਆ। ਜੇ ਪਿੱਛੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਬਹੁਤੇ ਸੁਪਰੀਮ ਕੋਰਟ ਜਸਟਿਸ ਆਸਾਨੀ ਦੇ ਨਾਲ ਸੈਨੇਟ VOTING ਦੇ ਵਿੱਚੋਂ ਕਨਫਰਮ ਹੁੰਦੇ ਰਹੇ ਨੇ, ਪਰ ਇੱਥੇ ਕਈ ਡੈਮੋਕ੍ਰੇਟ ਸੈਨੇਟਰਸ ਨੇ ਇਹ ਸਿੱਧਾ ਚੇਤਾਵਨੀ ਦਿੱਤੀ ਆ ਵੀ ਉਹ ਇਹਨਾਂ ਦੀ ਦਾਅਵੇਦਾਰੀ ਨੂੰ ਰੋਕਣ ਲਈ ਫਿਲਬਸਟਰ ਵੀ ਕਰ ਸਕਦੇ ਨੇ। ਇਸ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਨੂੰ ਇਹ ਹਦਾਇਤਾਂ ਦਿੱਤੀਆਂ ਨੇ, ਜੇ ਕੋਈ ਉਹਨਾਂ ਦੇ ਸੁਪਰੀਮ ਕੋਰਟ ਜਸਟਿਸ ਦੀ ਦਾਅਵੇਦਾਰੀ ਨੂੰ ਵਿਰੋਧ ਕਰਦਾ ਆ ਤਾਂ ਉਹ ਡੈਮੋਕ੍ਰੇਟਸ ਦੇ ਉੱਤੇ ਨਿਊਕਲੀਅਰ ਆਪਸ਼ਨ ਦਾ ਇਸਤੇਮਾਲ ਕਰਨ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣੀ ਕੈਬਨਿਟ ਨੂੰ ਕਨਫਰਮ ਕਰਾਉਣ ਦੇ ਵਿੱਚ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਆ। ਰਾਸ਼ਟਰਪਤੀ ਡੋਨਲਡ ਟਰੰਪ ਡੋਵਰ ਡੈਲਵੇਅਰ ਮਿਲਟਰੀ ਬੇਸ ਦੇ ਉੱਤੇ ਯਮਨ ਦੇ ਵਿੱਚ ਮਾਰੇ ਗਏ ਨੇਵੀ ਸੀਲ ਵਿਲੀਅਮ ਰਾਇਨ ਓਵਨਸ, ਉਸ ਦੀ ਮ੍ਰਿਤਕ ਦੇਹ ਨੂੰ ਲੈਣ ਦੇ ਲਈ ਬਗੈਰ ਕਿਸੇ ਐਲਾਨ ਤੋਂ ਉੱਥੇ ਪਹੁੰਚੇ। ਉਹਨਾਂ ਨੇ ਅਚਾਨਕ ਹੀ ਡੋਵਰ 에ਅਰਬੇਸ ਦੇ ਉੱਤੇ ਜਾਣ ਦਾ
ਫੈਸਲਾ ਲਿਆ। ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਬੇਟੀ ਇਵਾਂਕਾ ਟਰੰਪ ਅਤੇ ਸੈਨੇਟਰ ਕ੍ਰਿਸ ਕੂਨਜ਼ ਜੋ ਕਿ ਡੈਲਾਵੇਅਰ ਤੋਂ ਨੇ, ਉਹ ਇਸ ਨੇਵੀ ਸੀਲ ਦੀ ਲਾਸ਼ ਲੈਣ ਦੇ ਲਈ ਅਤੇ ਉਹਨਾਂ ਦੇ ਅੰਤਿਮ ਸਮਾਰੋਹ ਦੇ ਵਿੱਚ ਪਹੁੰਚੇ। ਰਾਸ਼ਟਰਪਤੀ ਡੋਨਲਡ ਟਰੰਪ ਦੇ ਸਕੈਜੂਲ ਦੇ ਵਿੱਚ ਇਸ ਯਾਤਰਾ ਦੇ ਬਾਰੇ ਕੋਈ ਵੀ ਸੂਚਨਾ ਨਹੀਂ ਸੀ ਅਤੇ ਅੰਤਲੇ ਮੌਕੇ ਦੇ ਉੱਤੇ ਉਹਨਾਂ ਨੇ ਇਹ ਫੈਸਲਾ ਲਿਆ ਸੀ। ਨੇਵੀ ਸੀਲ ਸਪੈਸ਼ਲ ਚੀਫ ਵਾਰਫੇਅਰ ਆਪਰੇਟਰ ਵਿਲੀਅਮ ਰਾਇਨ ਓਵਨਜ਼, ਉਸ ਦੀ ਉਮਰ ਮਹਿਜ 36 ਸਾਲ ਸੀ ਅਤੇ ਉਹ ਯੂਐਸ ਨੇਵੀ ਸੀਲ ਟੀਮ 6 ਦਾ ਮੈਂਬਰ ਸੀ। ਯਮਨ ਦੇ ਵਿੱਚ ਅਲ-ਕਾਇਦਾ ਲੀਡਰ ਨੂੰ ਫੜਨ ਦੇ ਲਈ ਕੀਤੀ ਰੇਡ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ। ਇਹ ਬਹੁਤ ਘੱਟ ਦੇਖਿਆ ਗਿਆ ਆ ਵੀ ਰਾਸ਼ਟਰਪਤੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਹੀ ਦੁਆਰਾ ਰੇਡ ਆਰਡਰ ਕੀਤੀ ਹੋਵੇ, ਉਸ ਰੇਡ ਦੇ ਵਿੱਚ ਕੋਈ ਅਮਰੀਕੀ ਫੌਜੀ ਮਾਰਿਆ ਗਿਆ ਹੋਵੇ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈਣ ਦੇ ਲਈ ਪਹੁੰਚੇ ਹੋਣ। ਯੂਰਪੀਅਨ ਯੂਨੀਅਨ ਨਾਲੋਂ ਵਿਦਾਇਗੀ ਦੀ ਗੱਲਬਾਤ ਸ਼ੁਰੂ ਕਰਨ ਦੇ ਵਿੱਚ ਯੂਕੇ ਵਿੱਚ ਕਾਫੀ ਅੜਚਨਾਂ ਆ ਰਹੀਆਂ ਸੀ, ਪਰ ਅੱਜ ਯੂਕੇ ਦੀ ਪਾਰਲੀਮੈਂਟ ਦੇ ਹਾਊਸ ਆਫ ਕਾਮਨਸ ਦੇ ਵਿੱਚ 114 ਦੇ ਮੁਕਾਬਲੇ 498 ਵੋਟਾਂ ਪਈਆਂ, ਜਿਸ ਦੇ ਵਿੱਚ ਸਾਰੇ ਵਿਧਾਇਕਾਂ ਨੇ ਆਰਟੀਕਲ 50 ਦਾ ਸਹਾਰਾ ਲੈਂਦੇ ਹੋਏ ਬ੍ਰੈਕਸਿਟ ਨੂੰ ਇੱਕ ਹਕੀਕਤ ਬਣਾਉਣ ਦੇ ਲਈ ਰਾਹ ਪੱਧਰਾ ਕੀਤਾ। ਹੁਣ ਯੂਕੇ ਦੇ ਉੱਚ ਸਦਨ ਹਾਊਸ ਆਫ ਲਾਰਡਸ ਦੇ ਵਿੱਚ ਵੀ ਆਰਟੀਕਲ 50 ਨੂੰ ਮਨਜ਼ੂਰੀ ਮਿਲੇਗੀ ਤਾਂ ਹੀ ਉਹ ਲਾਅ ਬਣੇਗਾ। ਆਰਟੀਕਲ 50 ਨੂੰ ਟ੍ਰਿਗਰ ਕਰਨ ਤੋਂ ਬਾਅਦ ਦੇ ਵਿੱਚ ਯੂਕੇ ਕੋਲ 2 ਸਾਲ ਦਾ ਸਮਾਂ ਰਹੇਗਾ ਯੂਰਪੀਅਨ ਯੂਨੀਅਨ ਦੇ ਨਾਲ ਗੱਲਬਾਤ ਕਰਨ ਦਾ ਅਤੇ ਪੂਰਨ ਤੌਰ ਦੇ ਉੱਤੇ ਯੂਰਪੀਅਨ ਯੂਨੀਅਨ ਤੋਂ ਵਿਦਾਇਗੀ ਲੈਣ ਦਾ। ਪ੍ਰਧਾਨ ਮੰਤਰੀ ਥਰੀਸਾ ਮੇ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਹ ਇਤਲਾਹ ਦਿੱਤੀ ਵੀ ਵੀਰਵਾਰ ਨੂੰ ਬ੍ਰੈਕਸਿਟ ਦੇ ਉੱਤੇ ਉਹ ਵਾਈਟ ਪੇਪਰ ਜਾਰੀ ਕਰ ਸਕਦੇ ਨੇ। ਜੇ ਉੱਥੇ ਗੱਲ ਕਰਦੇ ਜਾਈਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੇਰੀ ਨੂੰ ਲੈ ਕੇ ਵੀ ਉੱਥੇ ਕਾਫੀ ਵਿਵਾਦ ਖੜਾ ਹੋ ਰਿਹਾ ਸੀ। ਉਹ ਸਾਰੇ ਵਿਵਾਦਾਂ ਨੂੰ ਵਿਰਾਮ ਲਾਉਂਦੇ ਹੋਏ ਪ੍ਰਧਾਨ ਮੰਤਰੀ ਥਰੀਸਾ ਮੇ ਨੇ ਆਖਿਆ ਆ ਵੀ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰੇ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਰੱਦ ਨਹੀਂ ਕਰਨਗੇ, ਕਿਉਂਕਿ ਮਹਾਰਾਣੀ ਐਲਿਜ਼ਾਬੈਥ ਦੇ ਕਹਿਣ ਦੇ ਉੱਤੇ ਹੀ ਉਹਨਾਂ ਨੇ ਇਹ ਸੱਦਾ ਦਿੱਤਾ ਸੀ। ਚਾਹੇ ਕੋਈ ਵਿਰੋਧ ਕਰ ਰਿਹਾ ਆ ਜਾਂ ਨਹੀਂ, ਅਮਰੀਕਾ ਅਤੇ ਇੰਗਲੈਂਡ ਸ਼ੁਰੂ ਤੋਂ ਹੀ ਪੁਰਾਣੇ ਸਾਥੀ ਰਹੇ ਨੇ, ਮਿੱਤਰ ਰਹੇ ਨੇ ਤੇ ਉਸ ਦੋਸਤੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਉਹ ਖਲਲ ਨਹੀਂ ਪਾਉਣਾ ਚਾਹੁੰਦੇ। ਸੋ ਦੋਸਤੋ, ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 64 ਡਿਗਰੀ ਹਾਈ, 54 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ। ਸੈਨ ਫਰਾਂਸਿਸਕੋ ਵਿੱਚ 58 ਡਿਗਰੀ ਹਾਈ, 54 ਡਿਗਰੀ ਲੋ, ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 60 ਡਿਗਰੀ ਹਾਈ, 54 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਯੂਬਾ ਸਿਟੀ ਵਿੱਚ 59 ਡਿਗਰੀ ਹਾਈ, 54 ਡਿਗਰੀ ਲੋ, ਮੀਂਹ ਪਵੇਗਾ। ਸਟਾਕਟਨ ਵਿੱਚ 62 ਡਿਗਰੀ ਹਾਈ, 53 ਡਿਗਰੀ ਲੋ, ਮੀਂਹ ਪੈ ਸਕਦਾ ਹੈ। ਟ੍ਰੇਸੀ ਵਿੱਚ 63 ਡਿਗਰੀ ਹਾਈ, 52 ਡਿਗਰੀ ਲੋ, 40% ਚਾਂਸ ਨੇ ਮੀਂਹ ਪੈਣ ਦੇ। ਮੋਡੈਸਟੋ ਵਿੱਚ 62 ਡਿਗਰੀ ਹਾਈ, 54 ਡਿਗਰੀ ਲੋ, 40% ਚਾਂਸ ਨੇ ਮੀਂਹ ਪੈਣ ਦੇ। ਫ੍ਰੈਜ਼ਨੋ ਵਿੱਚ 62 ਡਿਗਰੀ ਹਾਈ, 51 ਡਿਗਰੀ ਲੋ, 40% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 68 ਡਿਗਰੀ ਹਾਈ, 54 ਡਿਗਰੀ ਲੋ। ਲਾਸ ਐਂਜਲਸ ਵਿੱਚ 64 ਡਿਗਰੀ ਹਾਈ, 53 ਡਿਗਰੀ ਲੋ। ਟਰਕੀ ਵਿੱਚ 38 ਡਿਗਰੀ ਹਾਈ, 35 ਡਿਗਰੀ ਲੋ, ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 40 ਡਿਗਰੀ ਹਾਈ, 35 ਡਿਗਰੀ ਲੋ, ਬਰਫ਼ਬਾਰੀ ਹੋਵੇਗੀ। ਪੋਰਟਲੈਂਡ ਓਰੇਗਨ 'ਚ 40 ਡਿਗਰੀ ਹਾਈ, 26 ਡਿਗਰੀ ਲੋ, ਰਾਤ ਨੂੰ ਬਰਫ਼ ਪੈ ਸਕਦੀ ਆ। ਸਿਆਟਲ ਵਿੱਚ 42 ਡਿਗਰੀ ਹਾਈ, 32 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ। ਫਲੈਗਸਟਾਫ ਐਰੀਜ਼ੋਨਾ 'ਚ 47 ਡਿਗਰੀ ਹਾਈ, 27 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ 'ਚ 42 ਡਿਗਰੀ ਹਾਈ, 32 ਡਿਗਰੀ ਲੋ। ਸ਼ਿਕਾਗੋ ਇਲੀਨੋਇਸ ਦੇ ਵਿੱਚ 26 ਡਿਗਰੀ ਹਾਈ, 16 ਡਿਗਰੀ ਲੋ। ਨਿਊਯਾਰਕ ਦੇ ਵਿੱਚ 43 ਡਿਗਰੀ ਹਾਈ, 25 ਡਿਗਰੀ ਲੋ। ਟੋਰਾਂਟੋ ਵਿੱਚ -2 ਡਿਗਰੀ ਸੈਲਸੀਅਸ ਹਾਈ, -9 ਡਿਗਰੀ ਸੈਲਸੀਅਸ ਲੋ। ਵਿਨੀਪੈਗ 'ਚ -14 ਡਿਗਰੀ ਸੈਲਸੀਅਸ ਹਾਈ, -20 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -3 ਡਿਗਰੀ ਸੈਲਸੀਅਸ ਹਾਈ, -15 ਡਿਗਰੀ ਸੈਲਸੀਅਸ ਲੋ। ਵੈਨਕੂਵਰ ਵਿੱਚ 4 ਡਿਗਰੀ ਸੈਲਸੀਅਸ ਹਾਈ, -6 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ 'ਚ 22 ਡਿਗਰੀ ਸੈਲਸੀਅਸ ਹਾਈ, 11 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 26 ਡਿਗਰੀ ਸੈਲਸੀਅਸ ਹਾਈ, 13 ਡਿਗਰੀ ਸੈਲਸੀਅਸ ਲੋ। ਲੰਡਨ ਯੂਕੇ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ, 6 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 2 ਡਿਗਰੀ ਸੈਲਸੀਅਸ ਹਾਈ, -1 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ, 8 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤਿਓ, ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 27 ਪੁਆਇੰਟ ਦਾ ਵਾਧਾ ਦੇਖਿਆ ਗਿਆ, 19,891 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 28 ਪੁਆਇੰਟ ਵਧੇ, 5,642 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 1 ਪੁਆਇੰਟ ਵਧਿਆ, 2,280 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵੈਲਸ਼ਾਇਰ 5000 ਦੇ ਵਿੱਚ 2 ਪੁਆਇੰਟ ਵਧੇ, 23,849 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 67 ਰੁਪਏ 41 ਪੈਸੇ, $1 ਕੈਨੇਡੀਅਨ ਦੀ ਕੀਮਤ
51 ਰੁਪਏ 74 ਪੈਸੇ। ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 85 ਰੁਪਏ 45 ਪੈਸੇ। ਇੱਕ ਯੂਰੋ ਦੀ ਕੀਮਤ 72 ਰੁਪਏ 65 ਪੈਸੇ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 37 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 12 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 74 ਪੈਸੇ। ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 178 ਰੁਪਏ 82 ਪੈਸੇ। ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 11 ਪੈਸੇ। ਇੱਕ US ਡਾਲਰ ਦੀ ਕੀਮਤ $1.30 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,213 2 ਸੈਂਟ ਪ੍ਰਤੀ ਆਉਂਸ। ਚਾਂਦੀ ਦਾ ਭਾਅ $17.60 ਪ੍ਰਤੀ ਆਉਂਸ ਰਿਹਾ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲਟਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜ ਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।